ਵੀਡੀਓ ਲੈਸਨ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਵੀਡੀਓ ਅੱਜ ਦਾ ਇਹ ਲੈਸਨ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 6ਵੀਂ ਕਲਾਸ ਦਾ ਸਾਡੇ ਕੋਲ ਅਧਿਆਇ ਹੈ ਪਲੇਇੰਗ ਵਿਦ ਨੰਬਰਸ, ਸੰਖਿਆਵਾਂ ਦੇ ਨਾਲ ਖੇਡਣਾ। ਠੀਕ ਹੈ, ਇਸ ਪੂਰੇ ਚੈਪਟਰ ਦੀ ਅਸੀਂ ਦੁਹਰਾਈ ਕਰਾਂਗੇ, ਰਿਵੀਜ਼ਨ ਕਰਾਂਗੇ ਵਰਕਸ਼ੀਟ ਦੇ ਥਰੂ। ਵਰਕਸ਼ੀਟ ਦੇ ਵਿੱਚ ਸਾਡੇ ਕੋਲ ਕੁਐਸਚਨਸ ਜਿਹੜੇ ਉਹ ਹਰ ਟੌਪਿਕ ਦੇ, ਹਰ ਕਨਸੈਪਟ ਦੇ ਜਿਹੜੇ ਆਪਾਂ ਰਿਵਾਈਜ਼ ਕਰਾਂਗੇ। ਠੀਕ ਹੈ, तो एक ही क्वेश्चन जो बहुत इंपॉर्टेंट है, हर एक क्वेश्चन को बहुत ध्यान के नाल तुसी करना है। जिथे कोई चीज़ नहीं समझ लगती उसको रिपीट करके देख लो, नहीं तो नीचे कमेंट बॉक्स के विच कमेंट करके फीडबैक अपनी दे सकते हो, पूछ सकते हो। ठीक है, तो आओ शुरू करते हैं आप चैप्टर प्लेइंग विद नंबर्स, संख्यावां दे नाल खेडना। तो अगला 10वां सवाल साडे कोल है, हेठ लिखियां दे HCF पता करो, फाइंड द हाईएस्ट कॉमन फैक्टर ऑफ द फॉलोइंग नंबर्स। ਇਹਦੇ ਸਾਡੇ ਕੋਲ ਦੋ ਨੰਬਰ ਦਿੱਤੇ ਹੋਏ ਨੇ। A ਦੇ ਵਿੱਚ, B ਦੇ ਵਿੱਚ ਵੀ ਦੋ ਸੰਖਿਆਵਾਂ ਦਿੱਤੀਆਂ ਹੋਈਆਂ ਨੇ, C ਦੇ ਵਿੱਚ ਸਾਡੇ ਕੋਲ ਤਿੰਨ ਸੰਖਿਆਵਾਂ, ਇਸੇ ਤਰ੍ਹਾਂ D ਦੇ ਵਿੱਚ ਤਿੰਨ ਸੰਖਿਆਵਾਂ ਦਿੱਤੀਆਂ ਹੋਈਆਂ ਨੇ। तो ਇਹ ਜਿਸ ਸਵਾਲ ਦੇ ਵਿੱਚ ਜਿੰਨੀਆਂ ਸੰਖਿਆਵਾਂ ਨੇ ਉਹਨਾਂ ਸੰਖਿਆਵਾਂ ਦਾ ਅਸੀਂ HCF ਜਿਹੜਾ ਪਤਾ ਕਰਨਾ ਹੈ, ਹਾਈਐਸਟ ਕਾਮਨ ਫੈਕਟਰ ਜਾਂ ਮੰਮਾ ਸੱਸਾ ਵਾਵਾ ਵੀ ਅਸੀਂ ਇਹਨੂੰ ਕਹਿੰਦੇ ਆ। ठीक है, मम्मा ससा वावा पता करो, महत्व समापवर्तक पता करो। ठीक है, तो पहला असी ये क्वेश्चन जिहड़ा वो करते हैं। सो ए भाग दे विच सानू जिहड़ियां संख्यावां दित्तियां होईयां ने वो तुसी देख सकते हो, एक 24 है ते दूसरी 36। 24 अते 36। तो 24 दी असी प्राइम फैक्टराइजेशन करांगे। सब तो पहला भाज गुणनखंडीकरण करांगे। ठीक है, तो 24 ਨੂੰ ਜੇਕਰ ਅਸੀਂ 2 ਨਾਲ ਭਾਗ ਕਰਦੇ ਹਾਂ, ਇਹ ਸਾਡੇ ਕੋਲ 12 ਬਣ ਜਾਂਦਾ ਹੈ। ਫਿਰ 12 ਨੂੰ ਵੀ ਅਸੀਂ 2 ਨਾਲ ਭਾਗ ਕਰ ਸਕਦੇ ਹਾਂ, ਕਿਉਂਕਿ ਇਹ ਜਿਸ ਸੰਖਿਆ ਹੈ ਸਾਡੇ ਕੋਲ 6 ਪ੍ਰਾਪਤ ਹੋਏਗਾ। 6 ਨੂੰ 2 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 3 ਪ੍ਰਾਪਤ ਹੋਏਗਾ। 3 ਨੂੰ ਅਸੀਂ 3 ਦੇ ਨਾਲ ਭਾਗ ਕਰਦੇ ਹਾਂ ਤਾਂ ਬਾਕੀ ਸਾਡੇ ਕੋਲ 1 ਆ ਜਾਂਦਾ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਦੂਸਰੀ ਸੰਖਿਆ ਸਾਡੇ ਕੋਲ 36 ਹੈ। ਤਾਂ 36 ਨੂੰ ਅਸੀਂ ਲਿਖ ਸਕਦੇ ਹਾਂ 36, क्योंकि जिस संख्या 2 नाल भाग होएगी तो ये साडे कोल 18 आ जाएगा। 18 ਨੂੰ फिर 2 नाल भाग किया जा सकता है, साडे कोल 9 आ जाएगा। 9 ਨੂੰ ਅਸੀਂ 3 नाल भाग कर सकते हैं, 3 संख्या साडे कोल प्राप्त होएगी। ਇਹਨੂੰ फिर 3 ਦੇ ਨਾਲ ਅਸੀਂ ਭਾਗ ਕਰਦੇ ਹਾਂ, ਸਾਨੂੰ 1 ਜਿਹੜਾ ਹੇਠਾਂ ਪ੍ਰਾਪਤ ਹੋ ਜਾਂਦਾ ਹੈ। ठीक है, तो कहने का भाव है 24 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 2 ਗੁਣਾ 3। ठीक है, जिन्ने भी साडे कोल गुणनखंड बने ने ਇਹਨਾਂ ਸਾਰਿਆਂ ਨੂੰ ਅਸੀਂ ਗੁਣਾ ਕਰ ਦਿਆਂਗੇ ਤਾਂ ਸਾਡੇ ਕੋਲ 24 ਬਣ ਜਾਂਦਾ ਹੈ। ਇਸੇ ਢੰਗ ਦੇ ਨਾਲ 36 ਨੂੰ ਜੇਕਰ ਅਸੀਂ ਲਿਖਣਾ ਹੋਏ ਤਾਂ 36 ਨੂੰ ਅਸੀਂ ਇਹ ਸਾਰੇ ਗੁਣਨਖੰਡਾਂ ਦੀ ਗੁਣਨਫਲ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ 2 ਗੁਣਾ 2 ਗੁਣਾ 3 ਗੁਣਾ 3। ਠੀਕ ਹੈ, ਹੁਣ ਇਹਦੇ ਵਿੱਚ ਅਸੀਂ ਸਾਂਝੇ ਗੁਣਨਖੰਡ ਜਿਹੜੇ ਹੈਗੇ ਨੇ ਉਹ ਦੇਖਣੇ ਨੇ। 2 ਤੇ 2 ਸਾਡੇ ਕੋਲ ਇਹ 24 ਤੇ 36 ਦੋਨਾਂ ਦਾ ਸਾਂਝਾ ਗੁਣਨਖੰਡ ਹੈ। ਇਹਨੂੰ ਅਸੀਂ ਇਸ ਢੰਗ ਦੇ ਨਾਲ ਚੱਕਰ ਜਿਹੜਾ ਉਹ ਖਿੱਚ ਦਿਆਂਗੇ, ਇੱਕ ਜਿਹੜੀ वकर है जी खिंच देंगे इस ढंग के नाल। इस तो बाद मतलब असी जोड़े बनाने ने, 1 2 असी इधरों लिया, 1 2 36 के गुणनखंडों के विचों लिया, वो साडे कोल 1 जोड़ा हो गया। इस ढंग के नाल 1 1 जोड़ा जिहड़ा 2 दा वो होर बनता है। इस तो बाद ये साडे कोल 3 दा भी 3 दे नाल जिहड़ा जोड़ा बन जाएगा। ठीक है, इस तो बाद हुण अगे कोई जोड़ा इत्थे नहीं बन रहा। ठीक है, जेकर उपर 24 विच साडे कोल 2 है तो हेठां 2 नहीं है, थल्ले 3 है, 36 दे विच तां 24 दे विच 2 नहीं है। तो जिहड़े जिहड़े सांझे गुणनखंड ने इन्हां नूं असीं 1 1 वार लिख लवांगे। ਉਹ ਉਹਨਾਂ ਦਾ ਜਿਹੜਾ ਗੁਣਨਫਲ ਹੈ ਭਾਵੇਂ 2 ਗੁਣਾ 2 ਗੁਣਾ 3, ਇਹ ਸਾਡੇ ਕੋਲ 24 ਅਤੇ 36 ਦਾ ਮਹੱਤਵ ਸਮਾਪਵਰਤਕ HCF ਬਣ ਜਾਏਗਾ। ਠੀਕ ਹੈ, तो 24 ਅਤੇ 36 ਦਾ HCF 24 ਅਤੇ 36 ਦਾ HCF ਇਹ ਸਾਡੇ ਕੋਲ ਕੀ ਆਏਗਾ 2 ਗੁਣਾ 2 गुणा 3। ठीक है, 2 दूनी 4, 4 ती है 12। तो 12 साडे कोल बिल्कुल सही आंसर है। सब तो वड्डा नंबर साडे कोल 12 है, जिहदे नाल असीं 24 ਅਤੇ 36 ਦੋਨਾਂ ਨੂੰ ਹੀ ਭਾਗ ਕਰ ਸਕਦੇ ਹਾਂ। ठीक है, ਇਸੇ ਢੰਗ ਦੇ ਨਾਲ ਤੁਸੀਂ 18 ਅਤੇ 60 ਦਾ ਜਿਹੜਾ HCF ਹੈ ਉਹ ਵੀ ਪਤਾ ਕਰ ਸਕਦੇ ਹੋ। ਇਹਨੂੰ ਪਹਿਲਾਂ ਤੁਸੀਂ ਆਪਣੇ ਆਪ ਕੋਸ਼ਿਸ਼ ਕਰੋ, ਉਸ ਤੋਂ ਬਾਅਦ ਫਿਰ ਅੱਗੇ ਵੀਡੀਓ ਨੂੰ ਦੇਖਣਾ, ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਪਹਿਲਾਂ ਟਰਾਈ ਕਰ ਸਕਦੇ ਹੋ। ठीक है, तो ਇਸੇ ਢੰਗ ਦੇ ਨਾਲ ਹੁਣ ਅਸੀਂ 18 ਦੀ ਪ੍ਰਾਈਮ ਫੈਕਟਰਾਈਜੇਸ਼ਨ ਕਰਾਂਗੇ, ਅਪਾਜ ਗੁਣਨਖੰਡੀਕਰਨ ਕਰਾਂਗੇ ਅਸੀਂ 18 ਦਾ। 18 ਨੂੰ ਕਿਉਂਕਿ ਇਹ ਜਿਸ ਸੰਖਿਆ ਹੈ 2 ਦੇ ਨਾਲ ਭਾਗ ਕੀਤਾ ਜਾ ਸਕਦਾ ਹੈ, ਸਾਡੇ ਕੋਲ ਇੱਥੇ 9 ਆਏਗਾ। 9 ਨੂੰ ਫਿਰ ਅਸੀਂ 3 ਦੇ ਨਾਲ ਭਾਗ ਕਰ ਸਕਦੇ ਹਾਂ, ਸਾਡੇ ਕੋਲ 3 ਆਏਗਾ। 3 ਨੂੰ ਫਿਰ 3 ਦੇ ਨਾਲ ਭਾਗ ਕੀਤਾ ਜਾ ਸਕਦਾ ਹੈ, ਹੇਠਾਂ ਸਾਡੇ ਕੋਲ 1 ਬਾਕੀ ਬਚੇਗਾ। ਔਰ ਇਸੇ ਢੰਗ ਦੇ ਨਾਲ 60 ਨੂੰ ਜੇਕਰ ਅਸੀਂ ਭਾਗ ਕਰਦੇ ਹਾਂ ਪਹਿਲੇ 2 ਦੇ ਨਾਲ ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ 30। 30 ਨੂੰ ਫਿਰ 2 ਨਾਲ ਭਾਗ ਕੀਤਾ ਜਾ ਸਕਦਾ ਹੈ, ਸਾਡੇ ਕੋਲ 15 ਬਣ ਜਾਂਦਾ ਹੈ। 15 ਨੂੰ ਹੁਣ ਅਸੀਂ 2 ਨਾਲ ਨਹੀਂ ਭਾਗ ਕਰ ਸਕਦੇ, 3 ਦੇ ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ 5 ਬਣ ਜਾਏਗਾ। 5 ਨੂੰ ਫਿਰ 5 ਨਾਲ ਹੀ ਭਾਗ ਕੀਤਾ ਜਾ ਸਕਦਾ ਹੈ, ਸਾਡੇ ਕੋਲ 1 ਆਏਗਾ। ਇਹ ਸੰਖਿਆਵਾਂ ਜਿਹੜੀਆਂ ਅਸੀਂ ਭਾਗ ਕਰਨ ਵਾਸਤੇ ਲੈਣੀਆਂ ਹੁੰਦੀਆਂ ਹਮੇਸ਼ਾ ਹੀ ਅਪਾਜ ਸੰਖਿਆਵਾਂ ਅਸੀਂ ਲੈਂਦੇ ਹਾਂ 2 3 5 7 11 13 17 19। ठीक है,
तो ਇਹਦੇ ਤੋਂ ਸਾਡੇ ਕੋਲ ਕੀ ਆਉਂਦਾ ਹੈ ਕਿ 18 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 3 ਗੁਣਾ 3 ਔਰ 60 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 3 गुणा 5 ठीक है। सारियां संख्यावां का गुणनफल इत्थे असीं कर लिया, ये सारियां संख्यावां का गुणनफल इत्थे कर लिया। हुण फिर आपां पिछले सवाल देवांगे इत्थे जिहड़े जोड़े बनाने ने, ये 2 ते 2 का जिहड़ा जोड़ा बन जाएगा, 2 ते 2 का पेयर बन जाएगा। इसे ढंग दे नाल ये 3 का इस 3 दे नाल पेयर जिहड़ा बन जाएगा ठीक है। हुण 60 दे विच 2 ते 5 जिहड़े बचे ने साडे कोल गुणनखंड, 18 दे विच 3 बचिआ, तो इन्हां दे विच होर कोई साझा गुणनखंड नहीं बनता। तो 18 ਅਤੇ 60 का जिहड़ा HCF है साडे कोल वो की बन जाएगा 18 ਅਤੇ 60 का HCF। तो ये साडे कोल होएगा 2 गुणा 3 बराबर 6 ठीक है। तो 6 वड्डी तो वड्डी वो संख्या है जिहदे नाल 18 ਅਤੇ 60 दोनों नूं ही भाग कीता जा सकता है ठीक है। तो इसका आंसर साडे कोल 6 है। पिछले सवाल दे विच साडे कोल जिहड़ा आंसर सी HCF वो 12 आया सी ठीक है। तो इस तो बाद C पार्ट ते D पार्ट ये भी तुसी पहला अपने आप जिहड़े कोशिश करो इन्हां नूं करन दी, उस तो बाद फिर वीडियो नूं अगे देखो तो बहुत वधिया है। तो ये 9 की सब तो पहला असी जी प्राइम फैक्टराइजेशन करांगे। 9 नूं असी 3 दे नाल भाग कर सकते हैं, साडे कोल 3 आएगा। 3 नूं फिर असी 3 दे नाल भाग करांगे, हेठां साडे कोल 1 आ जाएगा ठीक है। इस तो बाद संख्या साडे कोल आंदी है 112। 112 नूं 2 नाल भाग करांगे तो ये साडे कोल आएगा 5 ते 6 56। 56 नूं फिर 2 नाल भाग कीता जा सकता है, ये साडे कोल आएगा 2 ते 8 28। 28 नूं फिर 2 नाल भाग करांगे साडे कोल 14 बनेगा। 14 नूं फिर 2 नाल भाग कीता जा सकता है, ये साडे कोल 7 बनेगा। 7 नूं फिर 7 नाल भाग करांगे तो बाकी साडे कोल जिहड़ा 1 आ जांदा है ठीक है। इसे ढंग दे नाल 49 दी अपाज गुणनखंडीकरण 49 का जो असीं करांगे तो इहनूं 7 नाल भाग कीता जा सकता है, साडे कोल 7 आएगा। 7 नूं फिर असीं 7 नाल भाग करांगे तो 1 आएगा ठीक है। तो कहण दा भाव 9 नूं असीं लिख सकते हैं 3 गुणा 3 ते 112 नूं असीं लिख सकते हैं 2 गुणा 2 गुणा 2 गुणा 2 गुणा 7 ते 49 नूं असीं लिख सकते हैं 7 गुणा 7 ठीक है। तो अगर असीं इहदे च देखिए तो साडे कोल कोई भी इहो जिहा गुणनखंड नहीं है जिहड़ा 9 112 ते 49 दा सन, जिहड़ा 9 112 ते 49 दा साझा गुणनखंड होए ठीक है। तो ਇਹਦਾ मतलब कोई भी साझा गुणनखंड नहीं है। तो फिर साडे कोल इन्हां तीनों संख्यावां दा जिहड़ा HCF है वो साडे कोल की होएगा, वो पता करन दे लई असीं हुण की करांगे। देखो 9 प्राप्त करन लई 3 गुणा 3 अगर जेकर इत्थे गुणा 1 भी लिखदा तां भी ये साडे कोल जिहड़ा 9 ही रहेगा। इसे ढंग दे नाल ਇਹਦੇ ਵਿੱਚ ਵੀ 1 ਲਿਖਿਆ ਜਾ ਸਕਦਾ ਹੈ, ਇਹਦੇ ਵਿੱਚ ਵੀ ਆਪਾਂ 1 ਜਿਹੜਾ ਉਹ ਲਿਖ ਸਕਦੇ ਹਾਂ ਠੀਕ ਹੈ। तो ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ 1 ਜਿਹੜਾ ਹੈ ਉਹ ਸਾਡੇ ਕੋਲ ਤਿੰਨੋਂ ਹੀ ਸੰਖਿਆਵਾਂ ਦਾ ਸਾਂਝਾ ਗੁਣਨਖੰਡ ਹੈ ਠੀਕ ਹੈ। तो ਇਹਦਾ ਅਸੀਂ ਇਸ ਢੰਗ ਦੇ ਨਾਲ ਗਰੁੱਪ ਬਣਾ ਦਾਂਗੇ। ਅਸੀਂ ਇਹ ਵੀ ਕਹਿ ਸਕਦੇ ਤੇ ਇਹ ਸਾਡੇ ਕੋਲ ਹੁਣ ਕਿਉਂਕਿ ਸਿਰਫ ਇੱਕ ਹੀ ਹੈ ਤਿੰਨਾਂ ਦਾ, तो ਇਹਦਾ ਮਤਲਬ ਸਾਡੇ ਕੋਲ 9 112 ਅਤੇ 49 ਦਾ HCF ਇਹ ਸਾਡੇ ਕੋਲ ਬਰਾਬਰ ਹੈ 1 ठीक है। ये साडे कोल उत्तर है। तो एक चीज़ आपां ये भी कह सकते हैं कि साडे कोल जेकर तीनों ही संख्यावां दे सारे गुणनखंड लिखण तो बाद जेकर उन्हां दा कोई भी साझा गुणनखंड नहीं बनदा तां उन्हां दा जिहड़ा HCF है वो हमेशा साडे कोल की हुंदा है 1 हुंदा है ठीक है। इसे ढंग दे नाल 18 54 ते 81 दे जिहड़े गुणनखंड ने वो तुसीं अपने आप बनाउण तो बाद इहदा HCF जिहड़ा वो कर सकते हो ठीक है। ये सवाल तुसीं अपने आप कोशिश करनी है तो इहदा आंसर जरूर नीचे कमेंट बॉक्स दे विच कमेंट करके दसना है ठीक है। इस तो बाद अगला सवाल देखते हैं। अगला सवाल साडे कोल है 11वां सवाल, हेठां दिते जोड़ियां विचों किहड़े जोड़े सह अपाज हन, विच ऑफ द फॉलोइंग आर को प्राइम नंबर्स ठीक है। तो को प्राइम नंबर साडे कोल किहड़े हुंदे आ, सब तो पहला तां सानूं ये पता होना चाहिए ਉਹ ਸੰਖਿਆਵਾਂ ਉਹ ਦੋ ਸੰਖਿਆਵਾਂ ਜਿਨ੍ਹਾਂ ਦਾ ਸਾਂਝਾ ਗੁਣਨਖੰਡ ਸਿਰਫ 1 ਹੋਏ ਉਹਨਾਂ ਨੂੰ ਅਸੀਂ ਕੋ ਪ੍ਰਾਈਮ ਨੰਬਰਸ ਜਾਂ ਸਹਿ ਅਪਾਜ ਸੰਖਿਆਵਾਂ ਕਹਿੰਦੇ ਆ ਠੀਕ ਹੈ। तो ਜਿਵੇਂ ਆਪਾਂ ਦੇਖ ਸਕਦੇ ਹਾਂ ਹੁਣ 2 ਦੀ ਜੇਕਰ ਅਸੀਂ ਗੁਣਨਖੰਡਾਂ ਦੀ ਗੱਲ ਕਰੀਏ, 2 ਦਾ ਗੁਣਨਖੰਡ 1 ਹੈ ਤੇ ਹੋਰ 2 ਦਾ ਗੁਣਨਖੰਡ ਜਿਹੜਾ 2 ਹੈ,
तो 3 ਦੇ ਗੁਣਨਖੰਡ ਦੀ ਗੱਲ ਕਰੀਏ तो 3 ਦੇ ਗੁਣਨਖੰਡ ਇੱਕ ਤਾਂ ਸਾਡੇ ਕੋਲ 1 ਆਏਗਾ, ਇੱਕ ਸਾਡੇ ਕੋਲ 3 ਦਾ ਗੁਣਨਖੰਡ 3 ਆਏਗਾ, ਕਿਉਂਕਿ ਇਹ ਅਭਾਜ ਸੰਖਿਆਵਾਂ ਨੇ, ਇਹਨਾਂ ਦੇ ਸਿਰਫ 2-2 ਹੀ ਗੁਣਨਖੰਡ ਹੁੰਦੇ ਆ। ਠੀਕ ਹੈ, तो ਇਹਨਾਂ ਦੋਨਾਂ ਦਾ 2 ਅਤੇ 3 ਦਾ ਜਿਹੜਾ ਸਾਂਝਾ ਗੁਣਨਖੰਡ ਹੈ ਉਹ ਸਾਡੇ ਕੋਲ 1 ਹੈ। 1 ਤੋਂ ਇਲਾਵਾ ਹੋਰ ਕੋਈ ਵੀ ਗੁਣਨਖੰਡ ਦੋਨਾਂ ਦਾ ਸਾਂਝਾ ਨਹੀਂ ਹੈ। तो ਇਹ 2 ਅਤੇ 3 ਸਾਡੇ ਕੋਲ ਸਹਿ ਅਭਾਜ ਸੰਖਿਆਵਾਂ ਹਨ। ਠੀਕ ਹੈ, तो ਇਹ ਸਾਡੇ ਕੋਲ ਪਹਿਲਾ ਭਾਗ ਹੈ A। तो ਇਹਦੇ 'ਚ ਆਪਾਂ ਲਿਖ ਸਕਦੇ ਹਾਂ क्योंकि 2 ਅਤੇ 3 ਦਾ ਸਾਂਝਾ ਗੁਣਨਖੰਡ ਸਿਰਫ 1 ਹੈ, ਇਸ ਲਈ 2,3 ਸਹਿ ਅਭਾਜ ਸੰਖਿਆਵਾਂ ਦਾ ਜੋੜਾ ਹੈ। ਠੀਕ ਹੈ, क्योंकि 2 ਅਤੇ 3 ਦਾ ਸਾਂਝਾ ਗੁਣਨਖੰਡ ਇੱਕ ਹੈ, ਇਸ ਲਈ 2,3 ਸਹਿ ਅਭਾਜ ਸੰਖਿਆਵਾਂ ਹਨ। ਸੰਖਿਆਵਾਂ ਦਾ ਜੋੜਾ ਹੈ, ਇਸ ਢੰਗ ਦੇ ਨਾਲ ਆਪਾਂ ਲਿਖ ਸਕਦੇ ਹਾਂ। ठीक है, इस तो बाद 9 ਤੇ 12 ਦੀ ਜੇਕਰ ਅਸੀਂ ਗੱਲ ਕਰੀਏ तो ਸੰਖਿਆਵਾਂ ਸਾਡੇ ਕੋਲ ਹੈਗੀਆਂ ਨੇ 9 ਅਤੇ 12। तो ਜੇਕਰ ਅਸੀਂ 9 ਦੇ ਗੁਣਨਖੰਡ ਲਿਖੀਏ तो 9 ਦੇ ਜਿਹੜੇ ਗੁਣਨਖੰਡ ਨੇ ਉਹ ਸਾਡੇ ਕੋਲ ਕੀ ਬਣਨਗੇ? 9 ਦੇ ਗੁਣਨਖੰਡ ਸਾਡੇ ਕੋਲ ਹੈਗੇ ਨੇ 1, 1 ਤੋਂ ਬਾਅਦ 3, 3 ਤੋਂ ਬਾਅਦ 9। ਠੀਕ ਹੈ, ਇਸੇ ਢੰਗ ਦੇ ਨਾਲ 12 ਦੇ ਗੁਣਨਖੰਡ 12 ਦੇ ਗੁਣਨਖੰਡ ਸਾਡੇ ਕੋਲ ਹੈਗੇ ਨੇ 1, 1 ਤੋਂ ਬਾਅਦ 2 ਦੇ ਨਾਲ 12 ਨੂੰ ਭਾਗ ਕੀਤਾ ਜਾ ਸਕਦਾ ਹੈ, 3 ਨਾਲ ਭਾਗ ਕੀਤਾ ਜਾ ਸਕਦਾ ਹੈ, 4 ਨਾਲ ਭਾਗ ਕੀਤਾ ਜਾ ਸਕਦਾ ਹੈ, 6 ਨਾਲ ਭਾਗ ਕੀਤਾ ਜਾ ਸਕਦਾ ਹੈ ਤੇ 12 ਨਾਲ ਵੀ ਭਾਗ ਕੀਤਾ ਜਾ ਸਕਦਾ ਹੈ। ਠੀਕ ਹੈ, तो अगर ਅਸੀਂ ਇਹਨਾਂ ਦੇ ਸਾਂਝੇ ਗੁਣਨਖੰਡਾਂ ਦੀ ਗੱਲ ਕਰੀਏ तो ਇੱਕ ਦਾ ਸਾਡੇ ਕੋਲ ਇੱਕ ਜਿਹੜਾ ਹੈ ਦੋਨਾਂ ਦਾ ਸਾਂਝਾ ਗੁਣਨਖੰਡ ਹੈ। ਇਸ ਤੋਂ ਇਲਾਵਾ 3 ਵੀ ਦੋਨੋਂ ਸੰਖਿਆਵਾਂ ਦਾ ਸਾਂਝਾ ਗੁਣਨਖੰਡ ਹੈ। ਠੀਕ ਹੈ, तो क्योंकि ਇੱਕ ਤੋਂ ਇਲਾਵਾ ਸਾਡੇ ਕੋਲ ਸੰਖਿਆ 3 ਵੀ ਇਹਨਾਂ ਦੋਨਾਂ ਦਾ ਸਾਂਝਾ ਗੁਣਨਖੰਡ ਹੈ, ਇਸ ਲਈ ਇਹ ਦੋਨੋਂ ਹੀ ਜਿਹੜੀਆਂ ਅਭਾਜ ਸਹਿ ਅਭਾਜ ਸੰਖਿਆਵਾਂ ਨਹੀਂ ਹਨ। ਸਹਿ ਅਭਾਜ ਸੰਖਿਆਵਾਂ ਕਦੋਂ ਹੁੰਦੀਆਂ ਨੇ? ਜਦੋਂ ਸਿਰਫ ਸਾਡੇ ਕੋਲ ਸਾਂਝਾ ਗੁਣਨਖੰਡ ਦੋ ਸੰਖਿਆਵਾਂ ਦਾ ਇੱਕ ਹੀ ਹੋਏ। ਠੀਕ ਹੈ, ਸੰਖਿਆ ਇੱਕ ਹੋਏ। तो ਅਸੀਂ ਇੱਥੇ ਲਿਖ ਦਵਾਂਗੇ 9 ਅਤੇ 12 ਦਾ नौ ਅਤੇ 12 ਸਹਿ ਅਭਾਜ ਸੰਖਿਆਵਾਂ ਨਹੀਂ ਹਨ। क्योंकि संख्या एक तो इलावा संख्या 3 भी इन्हां दा सांझा गुणनखंड है। ठीक है, तो इसे ढंग दे नाल आपां बाकी जिहड़ियां संख्यावां ने उहदे विच भी देख सकते हैं। 9 ਅਤੇ 4 9 ਦੇ ਜਿਹੜੇ ਗੁਣਨਖੰਡ ਨੇ ਉਹ ਸਾਡੇ ਕੋਲ ਕਿਹੜੇ-ਕਿਹੜੇ ਨੇ? 1 3 ਅਤੇ 9। 4 ਦੇ ਗੁਣਨਖੰਡ 1 2 ਅਤੇ 4। ਠੀਕ ਹੈ, नौ ਅਤੇ 4 सी पार्ट। तो 9 ਦੇ ਗੁਣਨਖੰਡ 9 ਦੇ ਗੁਣਨਖੰਡ ਸਾਡੇ ਕੋਲ ਹੈਗੇ ਨੇ 1 3 ਅਤੇ 9। 4 ਦੇ ਗੁਣਨਖੰਡ 4 ਦੇ ਗੁਣਨਖੰਡ ਹੈਗੇ ਨੇ 1 2 ਅਤੇ 4। ਤੁਸੀਂ ਦੇਖ ਸਕਦੇ ਆ ਇਹਨਾਂ ਦੋਨਾਂ ਦਾ ਜਿਹੜਾ ਸਾਂਝਾ ਗੁਣਨਖੰਡ ਹੈ ਉਹ ਸਿਰਫ ਤੇ ਸਿਰਫ 1 ਹੈ, ਇਸ ਲਈ 9 ਅਤੇ 4 ਸਹਿ ਅਭਾਜ ਸੰਖਿਆਵਾਂ ਹਨ। ਠੀਕ ਹੈ, 9 ਅਤੇ 4
ਸਹਿ ਅਭਾਜ ਸੰਖਿਆਵਾਂ ਭਾਵ ਕੋ ਪ੍ਰਾਈਮ ਨੰਬਰਸ ਹਨ। ਸਹਿ ਅਭਾਜ ਸੰਖਿਆਵਾਂ ਹਨ। ठीक है, इस तो बाद अगला साडे कोल जिहड़ा है 15 ते 45। ये तुसी अपने आप कोशिश जरूर करो, पहला वीडियो नू पॉज करके। 15 अते 45, तो 15 दे गुणनखंड आपां पहला लिख लैने। 15 दे गुणनखंड 15 ਦੇ ਗੁਣਨਖੰਡ ਸਾਡੇ ਕੋਲ 15 1 ਦੇ ਨਾਲ ਵੀ ਭਾਗ ਹੋ ਜਾਂਦਾ ਹੈ, 15 3 ਦੇ ਨਾਲ ਵੀ ਭਾਗ ਹੋ ਜਾਂਦਾ ਹੈ, 5 ਦੇ ਨਾਲ ਵੀ ਭਾਗ ਹੋ ਜਾਂਦਾ ਹੈ ਤੇ 15 ਨਾਲ ਵੀ ਭਾਗ ਹੋ ਜਾਂਦਾ ਹੈ। ਠੀਕ ਹੈ, 45 ਦੇ ਗੁਣਨਖੰਡ 45 ਦੇ ਗੁਣਨਖੰਡ 45 1 ਦੇ ਨਾਲ ਵੀ ਭਾਗ ਹੋਏਗਾ, 3 ਦੇ ਨਾਲ ਵੀ ਭਾਗ ਹੋਏਗਾ, 5 ਦੇ ਨਾਲ ਵੀ ਭਾਗ ਹੋਏਗਾ, ਇਸ ਤੋਂ ਬਾਅਦ 15 ਨਾਲ ਵੀ ਭਾਗ ਹੋਏਗਾ, ਇਸ ਤੋਂ 5 ਤੋਂ ਬਾਅਦ 9 ਦੇ ਨਾਲ ਵੀ ਭਾਗ ਹੋਏਗਾ। ਠੀਕ ਹੈ, ਤੇ ਇਸ ਤੋਂ ਬਾਅਦ 15 ਨਾਲ ਭਾਗ ਹੋਏਗਾ ਤੇ ਫਿਰ 45 45 ਦੇ ਨਾਲ ਵੀ ਭਾਗ ਹੋ ਸਕਦਾ ਹੈ। ਤੋ ਇਹਦੇ 'ਚ ਅਸੀਂ ਦੇਖ ਸਕਦੇ ਹਾਂ ਜਿਹੜੇ ਸਾਂਝੇ ਗੁਣਨਖੰਡ ਨੇ ਦੋਨੋਂ ਹੀ ਸੰਖਿਆਵਾਂ ਦੇ ਉਹ 1 ਤੇ 1 ਵੀ ਹੈਗੇ ਨੇ। ਇਸ ਤੋਂ ਇਲਾਵਾ 3 ਵੀ ਜਿਹੜਾ ਸਾਂਝਾ ਗੁਣਨਖੰਡ ਹੈ ਔਰ 5 ਵੀ ਦੋਨਾਂ ਦਾ ਸਾਂਝਾ ਗੁਣਨਖੰਡ ਹੈ ਤੇ 15 ਵੀ ਦੋਨਾਂ ਦਾ ਸਾਂਝਾ ਗੁਣਨਖੰਡ ਹੈ। ਠੀਕ ਹੈ, तो क्योंकि एक तो इलावा साडे कोल इहदे कोल 3 5 ते 15 भी साझे गुणनखंड ने, इसलिए साडे कोल 15 ते 45 सह अभाज संख्यावां नहीं हन। ठीक है, 15 अते 45 सह अभाज संख्यावां नहीं हन। ठीक है स्टूडेंट्स, तो ये सारे पार्ट आप इस ढंग दे नाल ही कर सकते हैं। इंपॉर्टेंट क्वेश्चन है। इस तो बाद अगला सवाल साडे कोल है 12वां सवाल, हेठां दिते जोड़ियां दा LCM पता करो, फाइंड द LCM ऑफ द फॉलोइंग नंबर्स। ठीक है, तो ये साडे कोल 4 सवाल हैगे ने। तो पहला सवाल है 6 ते 9। तो 6 ते 9 दो संख्यावां दित्तियां ने, इहदा असीं LCM पता करना है। ठीक है, LCM मीनस लीस्ट कॉमन मल्टीपल, या असीं इहनूं लघुत्तम समावर्तक भी कहने हैं। लला ससा वावा करके भी असीं इहनूं जाणदे हां। ठीक है, मतलब वो छोटे तो छोटा नंबर जिहड़ा 6 ਅਤੇ 9 ਦੋਨਾਂ ਦੇ ਨਾਲ ਭਾਗ ਹੋ ਸਕੇ। ठीक है, ਜਾਂ 6 ਅਤੇ 9 ਦਾ ਛੋਟੇ ਤੋਂ ਛੋਟਾ ਜਿਹੜਾ ਸਾਂਝਾ ਗੁਣਜ ਹੈ ਉਹ ਅਸੀਂ ਪਤਾ ਕਰਨਾ ਹੈ। ਉਹਨੂੰ ਕਿਵੇਂ ਪਤਾ ਕਰਨਾ ਹੈ? ਇਸੇ ਢੰਗ ਦੇ ਨਾਲ ਫਿਰ 15 ਤੇ 18 ਦਾ, ਫਿਰ ਇਹ ਸਾਡੇ ਕੋਲ ਤਿੰਨ ਸੰਖਿਆਵਾਂ ਦੇ 4 ਸੰਖਿਆਵਾਂ ਹੈ, ਇਹਦਾ ਐਲਸੀਐਮ ਕਿਵੇਂ ਪਤਾ ਕਰਨਾ ਹੈ ਉਹ ਅਸੀਂ ਦੇਖਦੇ ਹਾਂ। तो पहला सवाल है साडे कोल 6, 9। तो अभाज गुणनखंडीकरण आपां करांगे ਇਹਦਾ। 6 ਨੂੰ ਜਦੋਂ ਅਸੀਂ 2 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 3 ਆ ਜਾਂਦਾ ਹੈ। 3 ਨੂੰ ਫਿਰ ਅਸੀਂ 3 ਦੇ ਨਾਲ ਭਾਗ ਕਰਾਂਗੇ ਤਾਂ ਬਾਕੀ ਜਿਹੜਾ ਇੱਕ ਸਾਡੇ ਕੋਲ ਬਚੇਗਾ। ਇਸੇ ਢੰਗ ਦੇ ਨਾਲ 9 ਦਾ ਜੇਕਰ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ 9 ਦੀ ਕਰੀਏ, ਭਾਜ ਗੁਣਨਖੰਡੀਕਰਨ ਕਰੀਏ ਤਾਂ 3 ਦੇ ਨਾਲ ਇਹਨੂੰ ਭਾਗ ਕੀਤਾ ਜਾ ਸਕਦਾ ਹੈ। ਫਿਰ 3 ਨੂੰ 3 ਦੇ ਨਾਲ ਕਰਾਂਗੇ ਤਾਂ ਸਾਡੇ ਕੋਲ 1 ਆਏਗਾ। ਠੀਕ ਹੈ, तो 6 ਨੂੰ ਆਪਾਂ ਲਿਖ ਸਕਦੇ ਹਾਂ 2 ਗੁਣਾ 3 ਤੇ 9 ਨੂੰ ਅਸੀਂ ਲਿਖ ਸਕਦੇ ਹਾਂ 3 ਗੁਣਾ 3। ਹੁਣ ਜਦੋਂ ਅਸੀਂ 6 ਤੇ 9 ਦਾ LCM ਲਿਖਣਾ ਹੈ, 6 ਅਤੇ 9 ਦਾ ਲੱਲਾ ਸੱਸਾ ਵਾਵਾ LCM। तो ਇਹਦੇ ਚ ਅਸੀਂ ਕੀ ਕਰਨਾ, ਹੁਣ ਸਾਰੇ ਜਿਹੜੇ ਗੁਣਜ ਹੈ, ਸਾਰੇ ਗੁਣਨਖੰਡ ਨੇ, ਪਹਿਲਾਂ ਉਹ ਅਸੀਂ ਦੇਖੀਏ ਕਿ 6 ਅਤੇ 9 ਦੇ ਸਿਰਫ 2 ਗੁਣਨਖੰਡ ਨੇ, ਜਾਂ ਤਾਂ 2 ਹੈ ਤੇ ਜਾਂ ਫਿਰ ਸਾਡੇ ਕੋਲ 3 ਹੈ। ਠੀਕ ਹੈ, तो 2 ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਵਾਰ ਕਿਹਦੇ ਵਿੱਚ ਆਉਂਦਾ ਹੈ? 6 ਦੇ ਵਿੱਚ ਆਉਂਦਾ ਹੈ, ਸਿਰਫ ਇੱਕ ਵਾਰ ਹੀ ਆਉਂਦਾ ਹੈ। ਠੀਕ ਹੈ, 9 ਦੇ ਵਿੱਚ ਤਾਂ 2 ਗੁਣਨਖੰਡ ਜਿਹੜਾ ਉਹ ਆਉਂਦਾ ਹੀ ਨਹੀਂ ਆਪਣੇ ਕੋਲ, तो 2 ਅਸੀਂ ਇੱਥੇ ਲਿਖਾਂਗੇ। ਠੀਕ ਹੈ, ਇਸ ਤੋਂ ਬਾਅਦ ਜਿਹੜਾ 3 ਗੁਣਨਖੰਡ ਹੈ ਉਹ ਜ਼ਿਆਦਾ ਵਾਰ ਕਿਹਦੇ ਵਿੱਚ ਆਉਂਦਾ ਹੈ? 9 ਦੇ ਵਿੱਚ ਆਉਂਦਾ ਹੈ। ਤੇ ਜ਼ਿਆਦਾ ਵਾਰ ਕਿੰਨੀ ਵਾਰ ਆਉਂਦਾ ਹੈ? 2 ਵਾਰ ਆਉਂਦਾ ਹੈ। तो ਇਹ ਜਿਹੜਾ ਜ਼ਿਆਦਾ ਵਾਰ ਵਾਲਾ ਹੈ, ਜਿੰਨੀ ਵਾਰ ਵੀ ਆਉਂਦਾ ਹੈ ਉਹ ਅਸੀਂ ਨਾਲ ਇੱਥੇ ਗੁਣਾ ਕਰਾਂਗੇ। ਠੀਕ ਹੈ, ਇਹ ਸਾਡੇ ਕੋਲ 3 ਗੁਣਾ 3 ਆ ਜਾਏਗਾ। तो उत्तर असी देखिए तो साडे कोल बन जाता है 18। ठीक है, तो 18 छोटी तो छोटी ऐसी संख्या है जिहड़ी कि 6 ਅਤੇ 9 दोनों का गुणज है, भाव 6 ਅਤੇ 9 दोनों के नाल 18 ਨੂੰ भाग किया जा सकता है। ठीक है, तो ਇਹਦਾ LCM साडे कोल 6 ਤੇ 9 ਦਾ ਕੀ ਹੋ ਗਿਆ? 18 हो गया। ठीक है, इसी तरह दूसरा जिहड़ा सवाल है साडे कोल A पार्ट सी। तो दूसरा B पार्ट साडे कोल है 15,18। ठीक है, 15 ਅਤੇ 18 ਦਾ ਅਸੀਂ ਲਘੁੱਤਮ ਸਮਾਵਰਤਕ ਜਿਹੜਾ ਪਤਾ ਕਰਨਾ ਹੈ, LCM ਪਤਾ ਕਰਨਾ ਹੈ। 15 ਦਾ ਅਸੀਂ ਅਭਾਜ ਗੁਣਨਖੰਡੀਕਰਨ ਪਹਿਲਾਂ ਕਰਾਂਗੇ।
15 ਨੂੰ 3 ਤੇ ਭਾਗ ਕੀਤਾ ਜਾ ਸਕਦਾ ਹੈ, ਸਾਡੇ ਕੋਲ 5 ਆਏਗਾ। ਫਿਰ ਅਸੀਂ ਇਹਨੂੰ 5 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 1 ਬਚਦਾ। ਇਸੇ ਢੰਗ ਦੇ ਨਾਲ 18 ਦੀ ਪ੍ਰਾਈਮ ਫੈਕਟਰਾਈਜੇਸ਼ਨ ਪਹਿਲੇ 2 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 9 ਆਏਗਾ, ਫਿਰ 3 ਦੇ ਨਾਲ ਕਰਾਂਗੇ 3 ਆ ਜਾਏਗਾ, ਫਿਰ 3 ਦੇ ਨਾਲ ਕਰਾਂਗੇ ਤਾਂ ਸਾਡੇ ਕੋਲ ਬਾਕੀ ਜਿਹੜਾ 1 ਬਚੇਗਾ। ਠੀਕ, तो 15 ਨੂੰ ਅਸੀਂ ਲਿਖ ਸਕਦੇ ਹਾਂ 3 ਗੁਣਾ 5 ਤੇ 18 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 3 ਗੁਣਾ 3। ਠੀਕ ਹੈ, तो ਇਹਦੇ ਵਿੱਚ ਜਿਹੜੇ ਸਾਡੇ ਕੋਲ ਗੁਣਨਖੰਡ ਨੇ ਉਹ 3 ਨੇ। ਇੱਕ ਤਾਂ ਸਾਡੇ ਕੋਲ 2 ਸੰਖਿਆ ਹੈ, ਇੱਕ 3 ਹੈ ਤੇ ਇੱਕ 5 ਹੈ। तो ਐਲਸੀਐਮ ਲਿਖਣ ਦੇ ਵੇਲੇ ਅਸੀਂ ਕੀ ਦੇਖਣਾ ਹੈ ਕਿ ਜਿਹੜਾ ਵੀ ਗੁਣਨਖੰਡ ਹੈ ਉਹ ਸਭ ਤੋਂ ਜ਼ਿਆਦਾ ਵਾਰ ਕਿੱਥੇ ਆ ਰਿਹਾ ਤੇ ਕਿੰਨੀ ਵਾਰ ਆ ਰਿਹਾ। ਠੀਕ ਹੈ, 15 ਅਤੇ 18 ਦਾ ਐਲਸੀਐਮ, ठीक है, लघुत्तम समापवर्तक या एलसीएम। तो 2 ਜਿਹੜਾ ਹੈ ਉਹ ਸਾਡੇ ਕੋਲ 18 ਦੇ ਵਿੱਚ ਆ ਰਿਹਾ ਸਭ ਤੋਂ ਵੱਧ ਵਾਰ, ਜਿਹੜਾ ਕਿ ਇੱਕ ਵਾਰੀ ਹੈ। ਠੀਕ ਹੈ, तो ਇਹ ਅਸੀਂ 2 ਜਿਹੜਾ ਇਹ ਲਿਖ ਲਵਾਂਗੇ। ਇਸ ਤੋਂ ਬਾਅਦ 3 ਜੇ ਦੇਖੀਏ ਤਾਂ ਉਹ ਵੀ 18 ਦੇ ਵਿੱਚ ਆ ਰਿਹਾ ਸਭ ਤੋਂ ਵੱਧ ਵਾਰ, 2 ਵਾਰ ਆ ਰਿਹਾ, ਤੇ ਇਹ ਦੋਨੋਂ ਵਾਰ ਜਿਹੜਾ ਆ ਰਿਹਾ ਉਹ ਅਸੀਂ ਇੱਥੇ ਗੁਣਾ ਕਰਾਂਗੇ। ਇਸ ਤੋਂ ਬਾਅਦ 5 ਜਿਹੜਾ ਹੈ ਉਹ ਸਾਡੇ ਕੋਲ 15 ਦੇ ਵਿੱਚ ਆ ਰਿਹਾ, 15 ਦਾ ਗੁਣਨਖੰਡ 5 ਹੈ, तो ਇਹ ਅਸੀਂ ਗੁਣਾ ਕਰਾਂਗੇ। ਠੀਕ ਹੈ, तो ਜਿਹੜੇ ਵੀ ਗੁਣਨਖੰਡ ਹੈਗੇ ਨੇ, ਜਿਹੜੇ ਤਾਂ ਜਿਵੇਂ 5 ਹੈ ਉਹ ਤਾਂ ਕਿਸੇ ਦੇ ਸਿਰਫ 15 ਦੇ ਵਿੱਚ ਆ ਰਿਹਾ, तो ਉਹਦੇ ਵਿੱਚ ਜਿੰਨੀ ਵਾਰ ਵੀ ਆ ਰਿਹਾ ਉਹ ਅਸੀਂ ਲਿਖ ਲਵਾਂਗੇ। 2 ਜਿਹੜਾ ਹੈ ਉਹ ਸਿਰਫ 18 ਦਾ ਗੁਣਨਖੰਡ ਹੈ, ਤਾਂ 2 ਜਿੰਨੀ ਵਾਰ ਵੀ ਇੱਥੇ ਆ ਰਿਹਾ ਉਹ ਅਸੀਂ ਲਿਖ ਲਵਾਂਗੇ। ਜਿਹੜੇ ਸਾਂਝੇ ਗੁਣਨਖੰਡ ਨੇ, ਜਿਵੇਂ 3 ਹੈ ਉਹ ਸਾਡੇ ਕੋਲ 15 ਦਾ ਗੁਣਨਖੰਡ ਵੀ ਹੈ ਤੇ 3 ਜਿਹੜਾ 18 ਦਾ ਗੁਣਨਖੰਡ ਵੀ ਹੈ। ਇਹ ਜ਼ਿਆਦਾ ਵਾਰ ਜਿੱਥੇ ਆ ਰਿਹਾ ਹੈ ਉਹ ਜਿੰਨੀ ਵਾਰ ਵੀ ਆ ਰਿਹਾ ਉਹ ਅਸੀਂ ਇੱਥੇ ਲਿਖ ਲੈਣਾ। ਠੀਕ ਹੈ, ਫਿਰ ਇਹਨਾਂ ਸਾਰਿਆਂ ਨੂੰ ਗੁਣਾ ਕਰਾਂਗੇ ਤਾਂ ਸਾਡੇ ਕੋਲ ਉੱਤਰ ਜਿਹੜਾ ਪ੍ਰਾਪਤ ਇੱਥੇ ਹੋ ਜਾਏਗਾ। ਠੀਕ ਹੈ, तो ये 3 तिया 9, 5 दूनी 10 ਤੇ ਸਾਡੇ ਕੋਲ ਬਣ ਜਾਂਦੇ ਨੇ 90। ठीक है, 3 दूनी 6, 6 तिया 18, 18 5, 18 5 90। तो ਕੁੱਲ ਮਿਲਾ ਕੇ ਸਾਡੇ ਕੋਲ 90 ਜਿਹੜੀ ਸਭ ਤੋਂ ਛੋਟੀ ਇਹੋ ਜਿਹੀ ਸੰਖਿਆ ਹੈ ਜਿਹੜੀ ਕਿ 15 ਅਤੇ 18 ਦੋਨਾਂ ਦੇ ਨਾਲ ਭਾਗ ਹੋ ਜਾਂਦੀ ਹੈ, ਜਾਂ 15 ਅਤੇ 18 ਦਾ ਸਾਂਝਾ ਸਭ ਤੋਂ ਛੋਟਾ ਗੁਣ ਜਿਹੜਾ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ 90 ਹੈ। ਠੀਕ ਹੈ, ਇਸ ਤੋਂ ਬਾਅਦ ਅਗਲੀ ਜਿਹੜੀ ਸੰਖਿਆ ਹੈ ਸਾਡੇ ਕੋਲ ਅਗਲੇ ਸਵਾਲ ਦੇ ਵਿੱਚ ਸੰਖਿਆਵਾਂ ਨੇ 20, 25 ਅਤੇ 30। ਠੀਕ ਹੈ, तो ਇਹਨੂੰ ਵੀ ਅਸੀਂ ਅਭਾਜ ਗੁਣਨਖੰਡੀ ਕਰਨ ਦੇ ਨਾਲ ਕਰ ਲੈਂਦੇ। तो 20 ਦੇ ਜਦੋਂ ਅਸੀਂ ਗੁਣਨਖੰਡ ਪਤਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਤੈਨੂੰ 2 ਤੇ ਗੁਣਾ ਕਰਨਾ ਪਏਗਾ ਸਾਨੂੰ। ਇਹ ਬਣੇਗਾ ਸਾਡੇ ਕੋਲ 10, ਫਿਰ 2 ਤੇ ਕਰਾਂਗੇ ਸਾਡੇ ਕੋਲ ਆ ਜਾਏਗਾ 5, ਫਿਰ ਅਸੀਂ 5 ਤੇ ਕਰਾਂਗੇ ਤਾਂ ਇਹ ਸਾਡੇ ਕੋਲ 1 ਆਏਗਾ। ਅਗਲੀ ਸੰਖਿਆ ਹੈ ਸਾਡੇ ਕੋਲ 25, 25 ਨੂੰ ਅਸੀਂ ਭਾਗ ਕਰ ਸਕਦੇ ਹਾਂ 5 ਦੇ ਨਾਲ, 5 ਹੀ ਸਾਡੇ ਕੋਲ ਜਿਹੜਾ ਉੱਤਰ ਆਏਗਾ। ਫਿਰ ਅਸੀਂ ਇਹਨੂੰ 5 ਨਾਲ ਕਰਾਂਗੇ ਤੇ ਸਾਡੇ ਕੋਲ 1 ਜਿਹੜਾ ਬਾਕੀ ਬਚੇਗਾ। ਇਸੇ ਢੰਗ ਦੇ ਨਾਲ 30, 30 ਨੂੰ 2 ਤੇ ਭਾਗ ਕੀਤਾ ਜਾ ਸਕਦਾ ਕਿਉਂਕਿ ਇਹ ਜਿਸ ਸੰਖਿਆ ਹੈ, तो ये ਸਾਡੇ ਕੋਲ 2 ਤੇ ਭਾਗ ਕਰਨ ਦੇ ਨਾਲ 15 ਬਣ ਜਾਏਗਾ। 15 ਨੂੰ 2 ਤੇ ਨਹੀਂ ਕੀਤਾ ਜਾ ਸਕਦਾ, 3 ਤੇ ਕਰਾਂਗੇ। ਇਹ ਅਸੀਂ ਹਮੇਸ਼ਾ ਪ੍ਰਾਈਮ ਨੰਬਰਸ ਹੀ ਲੈਣੇ ਹੁੰਦੇ ਜਿਨ੍ਹਾਂ ਦੇ ਨਾਲ ਅਸੀਂ ਭਾਗ ਕਰਨੀ। ਠੀਕ ਹੈ, ਅਭਾਜ ਸੰਖਿਆਵਾਂ। 15 ਨੂੰ 3 ਤੇ ਭਾਗ ਕੀਤਾ ਸਾਡੇ ਕੋਲ 5 ਆਏਗਾ, 5 ਨੂੰ 5 ਤੇ ਭਾਗ ਕੀਤਾ ਸਾਡੇ ਕੋਲ 1 ਆਏਗਾ। ਠੀਕ ਹੈ, तो 20 ਜਿਹੜੀ ਸੰਖਿਆ ਹੈ 20 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 5। ਠੀਕ ਹੈ, ਇਹ ਤਿੰਨੋਂ। ਇਸੇ ਤਰ੍ਹਾਂ 25 ਨੂੰ ਅਸੀਂ ਕੀ ਲਿਖ ਸਕਦੇ ਹਾਂ 25 ਬਰਾਬਰ 5 ਗੁਣਾ 5। ਇਸੇ ਢੰਗ ਦੇ ਨਾਲ 30 ਬਰਾਬਰ 2 ਗੁਣਾ 3 ਗੁਣਾ 5। ਠੀਕ ਹੈ, तो ਹੁਣ ਅਸੀਂ ਲਿਖਾਂਗੇ 20, 25 ਅਤੇ 30 ਦਾ ਐਲਸੀਐਮ ਦਾ ਲਘੁੱਤਮ ਸਮਾਪਵਰਤਕ ਲੱਲਾ ਸੱਸਾ ਵਾਵਾ। ਠੀਕ ਹੈ, तो ਇਹਦੇ ਵਿੱਚ ਹੁਣ ਅਸੀਂ ਗੁਣਨਖੰਡ ਦੇਖਾਂਗੇ। ਜਿਹੜੇ ਗੁਣਨਖੰਡ ਸਾਡੇ ਕੋਲ 2 ਵੀ ਹੈਗੇ ਨੇ, 3 ਵੀ ਜਿਹੜਾ ਗੁਣਨਖੰਡ ਹੈ ਤੇ 5 ਵੀ ਗੁਣਨਖੰਡ ਹੈ। ਠੀਕ ਹੈ, तो 2 ਅਸੀਂ ਦੇਖੀਏ ਤਾਂ 2 ਸਾਡੇ ਕੋਲ 20 ਅਤੇ 30 ਦੋਨਾਂ ਦਾ ਗੁਣਨਖੰਡ ਹੈ ਤੇ 2 ਸਭ ਤੋਂ ਜ਼ਿਆਦਾ ਵਾਰ ਜਿਹੜਾ ਆ ਰਿਹਾ ਉਹ 20 ਦੇ ਗੁਣਨਖੰਡਾਂ ਦੇ ਵਿੱਚ ਆ ਰਿਹਾ। ਠੀਕ, 2 ਵਾਰ ਆ ਰਿਹਾ ਤੇ ਇਹ ਦੋਨੋਂ ਵਾਰ ਜਿਹੜਾ ਅਸੀਂ 2 ਇੱਥੇ ਲਿਖ ਲਵਾਂਗੇ। ਇਸ ਤੋਂ ਬਾਅਦ 3 ਜਿਹੜਾ ਹੈ ਉਹ ਸਿਰਫ 30 ਦੇ ਵਿੱਚ ਆ ਰਿਹਾ ਤੇ 1 ਵਾਰ ਆ ਰਿਹਾ, ਇਹਨੂੰ ਅਸੀਂ ਲਿਖ ਲਵਾਂਗੇ। ਠੀਕ ਹੈ, ਇਸ ਤੋਂ ਬਾਅਦ 5 ਜਿਹੜਾ ਹੈ ਉਹ ਤਿੰਨਾਂ ਦਾ ਹੀ ਸਾਂਝਾ ਗੁਣਨਖੰਡ ਹੈ। 5 20 ਦਾ ਵੀ ਗੁਣਨਖੰਡ ਹੈ, 25 ਦਾ ਵੀ ਗੁਣਨਖੰਡ ਹੈ ਤੇ 30 ਦਾ ਵੀ ਗੁਣਨਖੰਡ ਹੈ। तो ਸਭ ਤੋਂ ਜ਼ਿਆਦਾ ਵਾਰ ਜੇ ਅਸੀਂ ਦੇਖੀਏ ਤਾਂ ਉਹ 25 ਦੇ ਵਿੱਚ ਆ ਰਿਹਾ। तो ਇਹ ਦੋਨੋਂ ਜਿਹੜੇ ਹੈਗੇ ਨੇ ਇਹ ਅਸੀਂ 5 ਇੱਥੇ ਲਿਖ ਲਵਾਂਗੇ। ਠੀਕ ਹੈ, तो ਉੱਤਰ ਜਿਹੜਾ ਸਾਡੇ ਕੋਲ ਇਹ ਬਣ ਜਾਏਗਾ 300 ਬਣ ਜਾਏਗਾ 300। ਠੀਕ ਹੈ, 2 दूनी 4, 6 चौका 24 ਤੇ 24 ਪੰਜਾ ਸਾਡੇ ਕੋਲ ਬਣੇਗਾ ਨਹੀਂ 2 दूनी 4, 4 ਤੀਏ 12, 12 पंजे 60 ਤੇ 6 ਪੰਜਾ 30 ਹੁੰਦੇ ਨੇ। तो 60 ਨੂੰ 5 ਦੇ ਨਾਲ ਗੁਣਾ ਕਰਾਂਗੇ ਸਾਡੇ ਕੋਲ 300 ਆ ਜਾਏਗਾ। ਠੀਕ, तो 20, 25 ਅਤੇ 30 ਦਾ ਜਿਹੜਾ ਲਘੁੱਤਮ ਸਮਾਪਵਰਤਕ ਹੈ ਐਲਸੀਐਮ ਉਹ ਸਾਡੇ ਕੋਲ ਬਣ ਜਾਂਦਾ ਹੈ 300। ਠੀਕ ਹੈ, ਐਚਸੀਐਫ ਤੇ ਐਲਸੀਐਮ ਦੋਨਾਂ ਦਾ ਫਰਕ ਜ਼ਰੂਰ ਸਮਝ ਲੈਣਾ। ਐਲਸੀਐਮ ਦੇ ਵਿੱਚ ਜਿਹੜਾ ਸਾਂਝਾ ਗੁਣਨਖੰਡ ਹੈ ਸਿਰਫ ਅਸੀਂ ਉਹੀ ਲੈਂਦੇ ਹਾਂ। ਠੀਕ ਹੈ, ਬਟ ਐਲਸੀਐਮ ਦੇ ਵਿੱਚ
ਜਦੋਂ ਅਸੀਂ ਐਲਸੀਐਮ ਪਤਾ ਕਰਨਾ ਹੈ ਲੱਲਾ ਸਵਾ ਇਹਦੇ ਵਿੱਚ ਅਸੀਂ ਸਾਰੇ ਗੁਣਨਖੰਡ ਦੇਖਣੇ ਆ। ਠੀਕ ਹੈ, ਜਿਹੜਾ ਸਾਂਝਾ ਗੁਣਨਖੰਡ ਹੁੰਦਾ ਉਹ ਸਭ ਤੋਂ ਜ਼ਿਆਦਾ ਵਾਰ ਕਿੱਥੇ ਆ ਰਿਹਾ, ਉਹ ਜਿੰਨੀ ਵਾਰ ਆ ਰਿਹਾ ਉਹਨੂੰ ਅਸੀਂ ਨਾਲ ਇੱਥੇ ਗੁਣਾ ਕਰਨਾ ਹੁੰਦਾ ਹੈ। ਠੀਕ, ਇਸ ਤੋਂ ਬਾਅਦ ਅਗਲੀ ਜਿਹੜੀ ਸਾਡੇ ਕੋਲ ਸੰਖਿਆ ਅਗਲੀਆਂ ਨੇ ਸੰਖਿਆਵਾਂ ਉਹ ਹੈ 12, 16, 24 ਅਤੇ 36। ਠੀਕ ਹੈ, ਇਹਨਾਂ ਨੂੰ ਅਸੀਂ ਦੂਸਰੀ ਵਿਧੀ ਦੇ ਨਾਲ ਇਹਨਾਂ ਦਾ ਐਲਸੀਐਮ ਕਰਦੇ ਹਾਂ ਪਤਾ। ਇਹਨਾਂ ਨੂੰ ਅਸੀਂ ਇਵੇਂ ਵੀ ਹੱਲ ਕਰ ਸਕਦੇ ਹਾਂ ਜਿਵੇਂ ਅਸੀਂ ਹੁਣੇ ਪਹਿਲਾਂ ਭਾਜ ਗੁਣਨਖੰਡੀ ਕਰਨ ਦੇ ਨਾਲ ਕਰਕੇ ਹਟੇ ਹਾਂ। ਠੀਕ ਹੈ, ਦੂਸਰੀ ਵਿਧੀ ਕਿਹੜੀ ਹੈ, ਉਹਦੇ ਵਿੱਚ ਅਸੀਂ ਸਾਰਿਆਂ ਨੂੰ ਇੱਕ ਲਾਈਨ ਦੇ ਵਿੱਚ ਪਹਿਲਾਂ ਲਿਖ ਲਵਾਂਗੇ 12 ਤੇ 16 ਸਾਡੇ ਕੋਲ 24 ਤੇ 36। ਇਹ ਮਾਈਨਸ ਨਹੀਂ ਹੈ, ਇਹਨੂੰ ਮਾਈਨਸ ਨਹੀਂ ਕਹਿਣਾ ਆਪਾਂ। ਠੀਕ ਹੈ, तो हुण सब तो पहला असीं दो जिहड़ा साडे कोल भाज संख्या है दो दे नाल असीं भाग करांगे। जिहड़ी संख्या भाग हो जाएगी उहनूं भाग करके जो उत्तर आएगा वो थल्ले लिखांगे। जिहड़ी संख्या दो दे नाल भाग नहीं भी होएगी तो उहनूं असीं एज इट इज जिवें वो है उसे ढंग दे नाल नीचे उतार लवांगे। ठीक है, 12 नूं 2 नाल भाग करांगे साडे कोल 6 आ जाएगा, 16 नूं 2 ते भाग करांगे साडे कोल 8 आ जाएगा, 24 नूं 2 ते भाग कीता है साडे कोल बनदा है 12 ਤੇ 36 ਨੂੰ 2 ਤੇ ਭਾਗ ਕੀਤੇ ਆ ਇਹ ਸਾਡੇ ਕੋਲ 18 ਬਣ ਜਾਂਦਾ ਹੈ। ਠੀਕ ਹੈ, ਹੁਣ ਦੁਬਾਰਾ ਫਿਰ ਇਹ ਸਾਰੀਆਂ ਜਿਸ ਸੰਖਿਆਵਾਂ ਸਾਡੇ ਕੋਲ ਬਣ ਗਈਆਂ ਨੇ 2 ਦੇ ਨਾਲ ਇਹਨਾਂ ਨੂੰ ਆਪਾਂ ਫਿਰ ਭਾਗ ਕਰ ਲੈਂਦੇ ਆ। 6 ਨੂੰ 2 ਨਾਲ ਭਾਗ ਕੀਤਾ 3 ਆ ਜਾਏਗਾ, 8 ਨੂੰ 2 ਨਾਲ ਭਾਗ ਕੀਤਾ ਸਾਡੇ ਕੋਲ 4 ਆ ਜਾਏਗਾ, 12 ਨੂੰ 2 ਨਾਲ ਭਾਗ ਕੀਤਾ 6 ਆ ਜਾਏਗਾ, 18 ਨੂੰ 2 ਦੇ ਨਾਲ ਭਾਗ ਕੀਤਾ ਹੈ ਸਾਡੇ ਕੋਲ 9 ਆ ਜਾਏਗਾ। ਠੀਕ ਹੈ, ਦੁਬਾਰਾ ਫਿਰ ਅਸੀਂ ਇਹਦੇ ਵਿੱਚ ਕੁਝ ਸਾਡੇ ਕੋਲ ਅਜੇ ਵੀ ਜਿਸ ਸੰਖਿਆਵਾਂ ਹੈਗੀਆਂ ਨੇ ਈਵਨ ਨੰਬਰਸ ਹੈਗੇ ਨੇ 2 ਦੇ ਨਾਲ ਫਿਰ ਡਿਵਾਈਡ ਕਰਾਂਗੇ। 3 ਨੂੰ 2 ਦੇ ਨਾਲ ਨਹੀਂ ਭਾਗ ਕੀਤਾ ਜਾ ਸਕਦਾ ਤੇ ਇਹਨੂੰ ਅਸੀਂ ਐਵੇਂ ਹੀ ਨੀਚੇ ਲਿਖ ਲਵਾਂਗੇ ਹੇਠਾਂ। 4 ਨੂੰ ਅਸੀਂ 2 ਦੇ ਨਾਲ ਭਾਗ ਕਰ ਸਕਦੇ ਹਾਂ तो 4 ਨੂੰ 2 ਦੇ ਨਾਲ ਭਾਗ ਕਰਾਂਗੇ ਇੱਥੇ 2 ਆ ਜਾਏਗਾ, 6 ਨੂੰ 2 ਦੇ ਨਾਲ ਭਾਗ ਕੀਤਾ ਜਾ ਸਕਦਾ 3 ਆ ਜਾਏਗਾ, 9 ਨੂੰ 2 ਨਾਲ ਭਾਗ ਨਹੀਂ ਕੀਤਾ ਜਾ ਸਕਦਾ ਤੇ ਇਹਨੂੰ ਅਸੀਂ ਐਵੇਂ ਹੀ ਨੀਚੇ ਲਿਖ ਲਵਾਂਗੇ ਦੂਸਰੀ ਲਾਈਨ ਦੇ ਵਿੱਚ। ਠੀਕ ਹੈ, ਅਜੇ ਵੀ ਇੱਕ ਈਵਨ ਨੰਬਰ ਹੈ ਤਾਂ ਫਿਰ ਅਸੀਂ 2 ਦੇ ਨਾਲ ਭਾਗ ਕਰਾਂਗੇ। 3 ਨੂੰ 2 ਨਾਲ ਨਹੀਂ ਭਾਗ ਕੀਤਾ ਜਾ ਸਕਦਾ, 2 ਨੂੰ ਕੀਤਾ ਜਾ ਸਕਦਾ, ਇਹਨੂੰ ਆਪਾਂ ਭਾਗ ਕਰਾਂਗੇ। ਇਸ ਤੋਂ ਬਾਅਦ 3 ਤੇ 9 ਨੂੰ ਫਿਰ 2 ਦੇ ਨਾਲ ਭਾਗ ਨਹੀਂ ਕੀਤਾ ਜਾ ਸਕਦਾ ਤੇ ਇਹਨਾਂ ਨੂੰ ਅਸੀਂ ਐਵੇਂ ਹੀ ਨੀਚੇ ਉਤਾਰ ਲੈਣਾ। ਠੀਕ ਹੈ, ਇਸ ਤੋਂ ਬਾਅਦ ਹੁਣ ਕੋਈ ਵੀ ਇਹਦੇ ਵਿੱਚ ਸਾਡੇ ਕੋਲ ਜਿਸ ਸੰਖਿਆ ਨਹੀਂ ਹੈ ਤਾਂ ਅਗਲੀ ਜਿਹੜੀ ਸੰਖਿਆ ਉਹ ਸਾਡੇ ਕੋਲ ਅਭਾਜ ਸੰਖਿਆ 3 ਹੈ ਤਾਂ 3 ਦੇ ਨਾਲ ਅਸੀਂ ਦੇਖਾਂਗੇ ਕੌਣ-ਕੌਣ ਭਾਗ ਹੁੰਦਾ ਹੈ। 3 ਨੂੰ 3 ਦੇ ਨਾਲ ਭਾਗ ਕੀਤਾ 1 ਆ ਜਾਏਗਾ, 1 ਜਿਹੜਾ ਹੈ ਇਹਦਾ 1 ਹੀ ਰਹੇਗਾ। 3 ਨੂੰ ਫਿਰ 3 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 1 ਆ ਜਾਏਗਾ, 9 ਨੂੰ 3 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 3 ਆਏਗਾ। ਇੱਕ ਵਾਰ ਫਿਰ ਸਾਨੂੰ 3 ਦੇ ਨਾਲ ਭਾਗ ਕਰਨਾ ਪਏਗਾ। ਠੀਕ, 1 ਤੇ 3 ਨੂੰ ਵੀ 1 ਨਾਲ ਭਾਗ ਕੀਤਾ ਇਹ ਵੀ ਸਾਡੇ ਕੋਲ। तो ये जिन्हें भी अभाज संख्यावां जिहड़ियां साडे कोल आईयां ने इन्हां नूं असीं गुणा करांगे तो साडे कोल जिहड़ा लल्ला सस्सा ववा है दित्तियां होईयां संख्यावां दा ओह सानूं प्राप्त हो जाएगा। ठीक है, तो 2 गुणा 2 गुणा 2 गुणा 2 गुणा 3 ते गुणा 3। ठीक है, तो 2 दूनी 4 4 दूनी 8 8 दूनी 16 ਤੇ 16 ਤੀਆ ਸਾਡੇ ਕੋਲ ਹੁੰਦੇ ਨੇ 48 48 ਨੂੰ 3 ਦੇ ਨਾਲ ਕਰਾਂਗੇ ਸਾਡੇ ਕੋਲ ਬਣ ਜਾਣਗੇ 144। ठीक है, तो 12 16 24 ਅਤੇ 36 ਦਾ ਜਿਹੜਾ ਲਘੁੱਤਮ ਸਮਾਵਰਤਕ ਹੈ ਸਾਡੇ ਕੋਲ ਐਲਸੀਐਮ ਹੈ ਉਹ ਕੀ ਬਣੇਗਾ 144 ਬਣ ਜਾਏਗਾ। ਠੀਕ ਹੈ, तो ਇਹ ਸਾਡੇ ਕੋਲ ਉੱਤਰ ਹੈ। ਇਹਨੂੰ ਹੀ ਅਸੀਂ ਅਭਾਜ ਗੁਣਨਖੰਡੀ ਕਰਨ ਦੇ ਨਾਲ ਵੀ ਕਰ ਸਕਦੇ ਹਾਂ, ਉਹਦੇ ਨਾਲ ਵੀ ਆਪਾਂ ਕਰਕੇ ਦੇਖ ਲੈਂਦੇ ਹਾਂ 12 16 24 ਅਤੇ 36। सब तो पहला 12 की प्राइम फैक्टराइजेशन असीं करांगे, इहनूं 2 ते भाग किया जा सकता है साडे कोल 6 आ जाएगा, फिर 2 ते भाग करांगे 3 आ जाएगा, फिर 3 ते भाग करांगे तो 1 आ जाएगा। ठीक है, इसे ढंग दे नाल 16 नूं कीता जा सकता है 2 ते 8 प्राप्त होएगा, फिर 2 नाल भाग करांगे साडे कोल 4 आ जाएगा, फिर 2 ते भाग करांगे तो साडे कोल 2 आएगा, फिर इहनूं 2 ते भाग करांगे तो 1 आ जाएगा। इस तो बाद साडे कोल संख्या है 24 24 ਨੂੰ 2 ਤੇ ਭਾਗ ਕੀਤਾ ਜਾ ਸਕਦਾ ਹੈ 12 ਆਏਗਾ, ਫਿਰ 2 ਤੇ ਭਾਗ ਕਰਾਂਗੇ ਤਾਂ 6 ਆ ਜਾਏਗਾ, ਫਿਰ 2 ਤੇ ਭਾਗ ਕਰਾਂਗੇ 3 ਆਏਗਾ ਤੇ ਫਿਰ 3 ਤੇ ਭਾਗ ਕਰਾਂਗੇ ਤਾਂ 1 ਆ ਜਾਏਗਾ। ਅਖੀਰ ਦੇ ਵਿੱਚ ਜਿਹੜੀ ਸਾਡੇ ਕੋਲ ਇੱਥੇ ਸੰਖਿਆ ਹੈ ਉਹ ਹੈ 36 36 ਨੂੰ 2 ਤੇ ਭਾਗ ਕੀਤਾ ਜਾ ਸਕਦਾ ਹੈ 18, ਫਿਰ 2 ਤੇ ਭਾਗ ਕਰਾਂਗੇ ਸਾਡੇ ਕੋਲ 9 ਆ ਜਾਏਗਾ, ਫਿਰ 3 ਤੇ ਭਾਗ ਕਰਾਂਗੇ 3 ਆਏਗਾ, ਫਿਰ 3 ਤੇ ਭਾਗ ਕਰਾਂਗੇ ਤਾਂ 1 ਆ ਜਾਏਗਾ। ਠੀਕ ਹੈ, तो इस ढंग दे नाल 12 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 3 ਤੇ 16 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 2 ਗੁਣਾ 2। 24 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 2 ਗੁਣਾ 3 ਤੇ 36 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 3 ਗੁਣਾ 3। ਠੀਕ ਹੈ, तो ਇਹ ਸਾਡੇ ਕੋਲ ਪ੍ਰਾਈਮ ਫੈਕਟਰਾਈਜੇਸ਼ਨ ਅਭਾਜ ਗੁਣਨਖੰਡੀਕਰਨ ਹੋ ਜਾਂਦਾ ਹੈ ਚਾਰੋਂ ਸੰਖਿਆਵਾਂ ਦਾ। ਹੁਣ ਅਸੀਂ ਜਦੋਂ ਇਹਦਾ ਲੱਲਾ ਸੱਸਾ ਵਾਵਾ ਲਿਖਣਾ ਹੈ ਚਾਰੋਂ ਸੰਖਿਆਵਾਂ ਦਾ ਐਲਸੀਐਮ
ਲੀਸਟ ਕਾਮਨ ਮਲਟੀਪਲ। ਤਾਂ ਉਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਜਿਹੜੇ ਸਾਡੇ ਕੋਲ ਹੈਗੇ ਨੇ ਗੁਣਨਖੰਡ, ਉਹ 2 ਹੈ ਜਾਂ ਫਿਰ ਸਾਡੇ ਕੋਲ 3 ਹੈ। ਠੀਕ ਹੈ, तो 2 ਸਾਰਿਆਂ ਦਾ ਸਾਂਝਾ ਗੁਣਨਖੰਡ ਹੈ। तो 2 ਸਭ ਤੋਂ ਜ਼ਿਆਦਾ ਵਾਰ ਕਿਹਦੇ ਵਿੱਚ ਆ ਰਿਹਾ? 16 ਦੇ ਵਿੱਚ। ਕਿੰਨੀ ਵਾਰ? 4 ਵਾਰ। ਇਹ ਚਾਰੋਂ ਵਾਰ ਅਸੀਂ 2 ਜਿਹੜਾ ਇੱਥੇ ਲਿਖ ਲਵਾਂਗੇ, ਬਾਕੀਆਂ ਨੂੰ ਅਸੀਂ ਛੱਡ ਦਿਆਂਗੇ। ਬਾਕੀ ਜਿਹੜੇ 2 ਨੇ ਉਹਨਾਂ ਨੂੰ ਛੱਡ ਦਿਆਂਗੇ। 3 ਜਿਹੜਾ ਹੈ ਉਹ 12 ਦਾ ਵੀ ਗੁਣਨਖੰਡ ਹੈ, 24 ਦਾ ਵੀ ਗੁਣਨਖੰਡ ਹੈ ਤੇ 36 ਦਾ ਵੀ। ਪਰ ਸਭ ਤੋਂ ਜ਼ਿਆਦਾ ਕਿੱਥੇ ਵਾਰ ਆ ਰਿਹਾ ਹੈ? 36 ਦੇ ਵਿੱਚ 2 ਵਾਰ ਆ ਰਿਹਾ। तो ਇਹ ਜਿਹੜੇ ਦੋਨੋਂ ਵਾਰ ਨੇ ਇਹ 3 ਅਸੀਂ ਇੱਥੇ ਲਿਖ ਲਵਾਂਗੇ, ਬਾਕੀਆਂ ਨੂੰ ਅਸੀਂ ਛੱਡ ਦਿਆਂਗੇ। ਠੀਕ ਹੈ, तो ਇਹ ਸਾਡੇ ਕੋਲ ਫਿਰ ਉਹੀ ਬਣ ਗਿਆ ਜਿਵੇਂ ਅਸੀਂ ਲਾਸਟ ਕਰਕੇ ਆਏ ਹਾਂ। ਠੀਕ ਹੈ ਨਾ, 2 ਗੁਣਾ 2 ਗੁਣਾ 2 ਗੁਣਾ 2, 4 ਵਾਰ 2 ਤੇ 3 ਵਾਰ 2 ਵਾਰ 3, ਇਹਨਾਂ ਦੇ ਗੁਣਨਫਲ ਜਿਹੜਾ ਉਹ ਸਾਡੇ ਕੋਲ 144 ਬਣ ਜਾਂਦਾ। ਠੀਕ ਹੈ, तो ਤੁਸੀਂ ਦੋਨੋਂ ਢੰਗ ਦੇ ਨਾਲ ਕਰ ਸਕਦੇ ਹੋ। ਜਿਸ ਤਰ੍ਹਾਂ ਵੀ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ, ਜੇ ਕੋਈ ਤਰੀਕਾ ਨਹੀਂ ਕਿਹਾ ਗਿਆ ਵੀ ਕਿਵੇਂ ਕਰਨਾ ਹੈ, ਫਿਰ ਤੁਸੀਂ ਦੋਨਾਂ ਤੋਂ ਜਿਹੜਾ ਮਰਜ਼ੀ ਤਰੀਕਾ ਵਰਤ ਸਕਦੇ ਹੋ। ਠੀਕ ਹੈ, ठीक है। इस तो बाद अगला सवाल है साडे कोल 13वां सवाल। 4 अंकां दी ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜੋ 18, 24 ਅਤੇ 32 ਨਾਲ ਭਾਗ ਹੋਵੇ। Find the smallest 4-digit number which is exactly divisible by 18, 24 and 32। तो ਇਹਦੇ ਵਿੱਚ ਵੀ ਲੋੜੀਂਦੀ ਸੰਖਿਆ ਪਤਾ ਕਰਨ ਦੇ ਲਈ ਸਾਨੂੰ ਕੀ ਕਰਨਾ ਪਏਗਾ? 18, 24 ਅਤੇ 32 ਦਾ एलसीएम लघुत्तम समावर्तक पता जरा करना पएगा सानू। ठीक है, तो असीं इत्थे लिखांगे लोड़ींदी संख्या प्राप्त करन लई लोड़ींदी संख्या प्राप्त करन लई 18, 24 ਅਤੇ 32 ਦਾ एलसीएम पता करांगे। ठीक है जी, तो इनू भी असी दोनों तरीकों के विचों जिहड़ा मर्जी तरीका इहदे विच वरत सकते हैं। 18 की प्राइम फैक्टराइजेशन करते हैं, 2 ते करांगे साडे कोल 9 बन जाएगा, फिर 3 ते करांगे 3 आएगा, फिर 3 ते करांगे तो साडे कोल 1 आ जाएगा। 24 ਨੂੰ 2 ਤੇ ਭਾਗ ਕੀਤਾ ਜਾ ਸਕਦਾ ਹੈ, ਸਾਡੇ ਕੋਲ 12 ਆ ਜਾਏਗਾ। 12 ਨੂੰ 2 ਤੇ ਭਾਗ ਕੀਤਾ ਜਾ ਸਕਦਾ ਹੈ, 6 ਆ ਜਾਏਗਾ। 6 ਨੂੰ 2 ਤੇ ਭਾਗ ਕਰਾਂਗੇ ਤਾਂ 3 ਆ ਜਾਏਗਾ। 3 ਨੂੰ ਫਿਰ ਅਸੀਂ 3 ਤੇ ਭਾਗ ਕਰਾਂਗੇ ਤਾਂ ਸਾਡੇ ਕੋਲ ਬਾਕੀ 1 ਬਣੇਗਾ। ਇਸ ਤੋਂ ਬਾਅਦ ਹੈ 32। 32 ਨੂੰ 2 ਤੇ ਭਾਗ ਕੀਤਾ ਜਾ ਸਕਦਾ ਹੈ, 16 ਬਣੇਗਾ। ਫਿਰ ਅਸੀਂ 2 ਤੇ ਭਾਗ ਕਰਾਂਗੇ ਤਾਂ 8 ਆ ਜਾਏਗਾ। ਫਿਰ 2 ਤੇ ਭਾਗ ਕਰਾਂਗੇ 4 ਆएगा। फिर 2 ਤੇ ਭਾਗ ਕਰਾਂਗੇ ਤਾਂ 3 ਆएगा, 2 आएगा। और फिर एक बार 2 ਤੇ ਭਾਗ ਕੀਤਾ ਸਾਡੇ ਕੋਲ 1 ਬਣ ਜਾਏਗਾ। ठीक है, तो 18 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 3 ਗੁਣਾ 3 ਤੇ 24 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 2 ਗੁਣਾ 3 ਤੇ 32 ਨੂੰ ਅਸੀਂ ਲਿਖ ਸਕਦੇ ਹਾਂ 5 ਵਾਰ 2 ਨੂੰ ਅਸੀਂ ਗੁਣਾ ਕਰਾਂਗੇ। 2 ਗੁਣਾ 2 ਗੁਣਾ 2 ਗੁਣਾ 2 ਗੁਣਾ 2। ठीक है, तो ਇਹਦੇ ਚ ਅਸੀਂ ਦੇਖ ਸਕਦੇ ਹਾਂ ਜਿਹੜਾ ਗੁਣਨਖੰਡ ਨੇ ਸਾਡੇ ਕੋਲ ਉਹ ਕਿਹੜੇ ਕਿਹੜੇ ਨੇ? ਜਾਂ ਤੇ 2 ਹੈ ਜਾਂ ਫਿਰ ਸਾਡੇ ਕੋਲ 18, 24, 32 ਦਾ LCM ਲਘੁੱਤਮ ਸਮਾਰਾਂ 24, 32 ਦਾ LCM। ठीक है, तो ਇਹਦੇ ਲਈ ਅਸੀਂ ਹੁਣ ਦੇਖੋ 2 ਅਤੇ 3 ਇਹ ਸਾਡੇ ਕੋਲ 2 ਸੰਖਿਆਵਾਂ ਨੇ ਜਿਹੜੇ ਕਿ 18, 24, 32 ਦੇ ਗੁਣਨਖੰਡ ਨੇ। ठीक है, तो 2 ਜਿਹੜਾ ਸਭ ਤੋਂ ਜ਼ਿਆਦਾ ਵਾਰ ਕਿੱਥੇ ਆ ਰਿਹਾ? 32 ਦੇ ਵਿੱਚ। ਕਿੰਨੀ ਵਾਰ ਆ ਰਿਹਾ? 5 ਵਾਰ। ਤਾਂ ਇਹਨੂੰ ਅਸੀਂ ਇੱਥੇ ਲਿਖ ਲਵਾਂਗੇ, ਇਹ ਸਾਰੇ 5 ਵਾਰ 2 ਨੂੰ ਗੁਣਾ ਕਰਾਂਗੇ। 2 ਗੁਣਾ 2 ਗੁਣਾ 2 ਗੁਣਾ 2 ਗੁਣਾ 2। ठीक है, और इस दे नाल ही साडे कोल जिहड़ा 3 है वो सब तो ज़्यादा बार कित्थे आ रहा? 18 दे विच। कितनी बार आ रहा? 2 बार। तो ये दोनों 3 जिहड़े ये भी नाल असीं इत्थे लिख लवांगे। ठीक है, तो इन्हां नूं गुणा करांगे साडे कोल उत्तर आ जाएगा। तो ये साडे कोल बन जाएगा 2 दूनी 4 दूनी 8 दूनी 16 दूना 32 और 32 दी साडे कोल बन जांदे ने 96। 96 नूं फिर असीं 3 दे नाल गुणा करिए तो ये साडे कोल बनेगा 288। ठीक है, तो 288 छोटी तो छोटी ਇਹੋ ਜੀ ਸੰਖਿਆ ਹੈ ਜਿਹੜੀ ਕਿ 18, 24 ਅਤੇ 32 ਦੇ ਨਾਲ ਐਗਜ਼ੈਕਟਲੀ ਅਸੀਂ ਭਾਗ ਕਰ ਸਕਦੇ। ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ। ਅਗਲਾ ਸਵਾਲ ਸਾਡੇ ਕੋਲ ਹੈ ਸਵੇਰ ਦੀ ਸੈਰ ਲਈ 3 ਵਿਅਕਤੀ ਇੱਕ ਵੇਲੇ ਪੈਰ ਉਠਾ ਕੇ ਚੱਲਣਾ ਸ਼ੁਰੂ ਕਰਦੇ ਹਨ। ਉਹਨਾਂ ਦੇ ਕਦਮਾਂ ਦੀਆਂ ਲੰਬਾਈਆਂ ਕ੍ਰਮਵਾਰ 80 ਸੈਂਟੀਮੀਟਰ, 85 ਸੈਂਟੀਮੀਟਰ, 90 ਸੈਂਟੀਮੀਟਰ ਹਨ। ਇਹਨਾਂ ਵਿੱਚੋਂ ਹਰੇਕ ਨਿਊਨਤਮ ਕਿੰਨੀ ਦੂਰੀ ਚੱਲੇ ਕਿ ਉਹ ਉਸ ਨੂੰ ਪੂਰੇ ਕਦਮਾਂ ਵਿੱਚ ਤੈਅ ਕਰਨ।
In a morning walk, three persons step off together. Their steps measure 80 centimeter, 85 centimeter, and 90 centimeter respectively. What is the minimum distance each should walk so that all can cover the same distance in complete number of steps? ठीक है, तो दो तीन मित्र चलते ने सैर के लिए इक्को वार वो अपना कदम जड़ा इकट्ठे जड़ा चुकते ने, ठीक है, शुरू करते हैं। ਤੇ ਉਹਨਾਂ ਦੇ ਕਦਮਾਂ ਦੀ ਜਿਹੜੀ ਲੰਬਾਈ ਹੈ ਉਹ ਤਿੰਨੋਂ ਲੰਬਾਈਆਂ ਅਸੀਂ ਦੇਖ ਸਕਦੇ ਹਾਂ ਵੱਖਰੀਆਂ ਵੱਖਰੀਆਂ ਨੇ 80 85 ਤੇ 90 ਹੈ ਨਾ। ਤੋ ਇਹ ਘੱਟ ਤੋਂ ਘੱਟ ਕਿੰਨੀ ਦੂਰੀ ਤੈਅ ਕਰਨ ਕਿ ਇੱਕ ਵਾਰ ਫਿਰ ਇਹਨਾਂ ਦੇ ਪੈਰ ਜਿਹੜੇ ਸਟੈਪ ਜਿਹੜੇ ਉਹ ਆਪਸ ਦੇ ਵਿੱਚ ਮਿਲ ਜਾਣ, ਇਕੱਠੇ ਹੋ ਜਾਣ, ਠੀਕ ਹੈ। ਤੋ ਇਹਦੇ ਲਈ ਵੀ ਅਸੀਂ 80 85 ਅਤੇ 90 ਦਾ ਐਲਸੀਐਮ ਪਤਾ ਕਰਨਾ ਹੈ, ਠੀਕ ਹੈ, ਲੀਸਟ ਕਾਮਨ ਮਲਟੀਪਲ, ਠੀਕ ਹੈ ਜੀ। ਤੋ ਇੱਥੇ ਅਸੀਂ ਲਿਖਾਂਗੇ ਕਿ ਲੋੜੀਂਦੀ ਦੂਰੀ ਪਤਾ ਕਰਨ ਦੇ ਲਈ ਲੋੜੀਂਦੀ ਦੂਰੀ ਪਤਾ ਕਰਨ ਦੇ ਲਈ ਅਸੀਂ 80 85 ਅਤੇ 90 ਦਾ ਲੱਲਾ ਸੱਸਾ ਵਾਵਾ ਪਤਾ ਕਰਾਂਗੇ, ठीक है। तो इन्हों दोनों तरीकों के नाल कर सकते हैं आप, किसी जिस भी तरीके दे नाल करना चाहिए। 80 85 ते 90, ठीक है, वड विधि नाल कर लेने इन्हों आप। सब तो पहले इन्हों 2 ते गुणा किया जा सकता है, तो ये साडे कोल बनेगा 40 ते 85 का साडे कोल 85 रहेगा क्योंकि ये टांक संख्या है, इन्हों 2 ते भाग नहीं किया जा सकता। 90 नूं भी 2 नाल भाग कर सकते हैं, साडे कोल 45 आ जाएगा। फिर असीं 2 दे नाल भाग करांगे तो 40 का जिहड़ा साडे कोल 20 बन जाएगा और 85 का साडे कोल 85 ही रहेगा। 45 20 2 ते भाग नहीं किया जा सकता, इहदा भी 45 रहेगा। तो फिर 2 नाल भाग करांगे साडे कोल 10 आ जाएगा, इत्थे 85 रहेगा और ये साडे कोल 45 बन जाएगा। फिर 2 दे नाल भाग करांगे तो हुण भी सिर्फ 10 नूं 2 दे नाल भाग किया जा सकता है, तो 10 नूं 2 नाल भाग करन तो बाद साडे कोल इत्थे 5 बन जाएगा। 85 नूं असीं नहीं कर सकते 2 नाल भाग, तो 85 का 85 रहेगा, इस ढंग नाल 45 का 45 ही बचेगा। हुण 2 दे नाल कोई संख्या भाग नहीं होएगी क्योंकि ये तीनों साडे कोल टांक संख्यावां ने। तो हुण असीं 3 दे नाल भाग करांगे, 5 नूं 3 नाल नहीं भाग कर सकते तो 5 का 5 ही रहेगा। ये जरूर तय करना है कि कोई ना कोई इन्हां दे विचों कोई ना कोई संख्या इहो जी जरूर होवे जिहड़ी कि 3 दे नाल भाग हो जाए, ठीक है, होनी चाहिए है, तां असीं 3 नूं इत्थे रख सकते हैं। 85 नूं भी असीं 3 ते भाग नहीं कर सकते, बट 45 नूं असीं 3 ते भाग कर सकते, इत्थे साडे कोल की आएगा 15 आ जाएगा। इस तो बाद फिर असीं 3 दे नाल भाग करांगे क्योंकि 15 जिहड़ा है अजे भी 3 दे पहाड़े विच आएगा, 5 का 5 रह जाएगा साडे कोल, 85 का 85 ते 15 का साडे कोल 5 बन जाएगा। 15 नूं असीं जदों 3 दे नाल भाग कर देंगे, हुण साडे कोल जिहड़ी संख्या है असीं इत्थे 5 लवांगे, 5 दे नाल असीं तीनों संख्यावां नूं भाग कर सकते हैं। 5 नूं 5 नाल भाग करांगे 1 आएगा, 85 नूं 5 नाल भाग करांगे साडे कोल 17 आ जाएगा, ਤੇ 5 ਨੂੰ ਫਿਰ 5 ਨਾਲ ਭਾਗ ਕਰਾਂਗੇ ਸਾਡੇ ਕੋਲ 1 ਆਏਗਾ। ਅਖੀਰ ਦੇ ਵਿੱਚ ਇੱਥੇ ਜਿਹੜੀ ਹੈ ਭਾਗ ਸੰਖਿਆ 17 ਅਸੀਂ ਲਵਾਂਗੇ ਤਾਂ 1 ਦਾ 1 ਬਣੇਗਾ, 17 ਨੂੰ 17 ਨਾਲ ਭਾਗ ਕੀਤਾ ਇਹ ਵੀ ਸਾਡੇ ਕੋਲ 1 ਆ ਜਾਏਗਾ, ਇਹ ਵੀ ਠੀਕ ਹੈ। ਤਾਂ ਇਹ ਸਾਰੀਆਂ ਭਾਗ ਸੰਖਿਆਵਾਂ ਨੂੰ ਗੁਣਾ ਕਰਾਂਗੇ ਤਾਂ ਸਾਡੇ ਕੋਲ ਲੋੜੀਂਦਾ ਲੱਲਾ ਸੱਸਾ ਵਾਵਾ ਜਿਹੜਾ ਉਹ ਪਤਾ ਚੱਲ ਜਾਏਗਾ, ਠੀਕ ਹੈ। ਤਾਂ ਸੰਖਿਆਵਾਂ ਸਾਡੇ ਕੋਲ ਹੈਗੀਆਂ ਨੇ 80 85 ਤੇ 90। 80 85 ਅਤੇ 90 ਦਾ लघुत्तम समाप वर्तक, हाँ जी, ये साडे कोल बनेगा 2 गुणा 2 गुणा 2 गुणा 2, 4 बार 2 आएगा। इस तो बाद 3 गुणा 3, इस तो बाद 1 बार 5 ते फिर 1 बार 17, ठीक है। तो ये सारिया संख्यावां नूं असीं गुणा कर लैंदे आ, 2 दूनी 4, 4 दूनी 8, 8 दूनी 16, हाँ जी, 3 तिया 9, 9 5 45 ਤੇ ਗੁਣਾ ਇਹ ਸਾਡੇ ਕੋਲ ਆ ਗਿਆ 17, ਠੀਕ ਹੈ। तो ਇਹਨਾਂ ਸੰਖਿਆਵਾਂ ਨੂੰ ਫਿਰ ਅਸੀਂ ਗੁਣਾ ਕਰ ਲੈਂਦੇ ਹਾਂ। 16 ਨੂੰ ਅਸੀਂ 45 ਦੇ ਨਾਲ ਪਹਿਲਾਂ ਗੁਣਾ ਕਰਾਂਗੇ ਤਾਂ 6 5 ਇਹ ਸਾਡੇ ਕੋਲ 30 ਬਣ ਜਾਂਦੇ ਨੇ, ਤੇ 5 6 ਚੌਕਾ 24, 24 ਤੇ 5 29 ਤੇ 0 4 0 2 7,
ये बन जाता है साढ़े कोल 720 गुणा 17। ठीक है, हुण असीं 720 नूं 17 दे नाल गुणा करते हैं। 720 गुणा 17 तो पहला 0 7 दूनी 14 4 1 7 7 49 ते 1 50 0 2 7 0 4 साढ़े को 2 आएगा 7 5 12। तो जरा आंसर है साढ़े कोल वो की बन जाता है 12,240 सम। तो आप कह सकते हैं कि जेकर तीनों जिहड़े मित्र ने सैर करन दे लई चले ने जे वो घट तो घट 12,240 सम की दूरी तय करन फिर जाके उन्हां दे जिहड़े पूरे पूरे कदम है वो आपस दे विच मिल जाएंगे तो पूरे पूरे कदमां दे नाल ही वो पूरी दूरी नूं तय कर पाएंगे। ठीक है, सो लोड़ींदी दूरी लोड़ींदी न्यूनतम दूरी जिहड़ी है वो साडे कोल बन जाएगी 12,000। इस तरह लोड़ींदी न्यूनतम दूरी 12,240 सम। ठीक है विद्यार्थियों, तो मैंने उम्मीद है कि क्वेश्चन ਨੂੰ ਤੁਸੀਂ बहुत सारे क्वेश्चंस ਨੂੰ बहुत ध्यान ਦੇ ਨਾਲ ਦੇਖਿਆ ਹੋਵੇਗਾ, ਸਮਝਿਆ ਹੋਵੇਗਾ। फिर भी कोई किते डाउट है, कोई क्वेश्चन है तो नीचे कमेंट बॉक्स ਦੇ ਵਿੱਚ कमेंट करके ਤੁਸੀਂ दस सकते हो। वीडियो चंगी लगी है, सीखने को मिले, फिर भी जरूर कमेंट बॉक्स ਦੇ ਵਿੱਚ कमेंट करके दसना। ठीक है स्टूडेंट्स, तो मिलते हैं फिर अगली वीडियो ਦੇ ਵਿੱਚ अगले किसी चैप्टर के कॉन्सैप्ट ਦੇ ਨਾਲ ਦੀ वर्कशीट ਦੇ ਨਾਲ। ਉਦੋਂ तक सत श्री अकाल। लास्ट तक वीडियो देखने के लिए बहुत धन्यवाद। थैंक यू सो मच।